बहुत ही प्यारे बच्चों, ਮੈਨੂੰ ਉਮੀਦ ਹੈ ਤੁਸੀਂ ਇਸ ਤੋਂ ਪਹਿਲਾਂ ਪ੍ਰਕਾਸ਼ ਦੇ ਪਰਾਵਰਤਨ ਬਾਰੇ ਜੋ ਕੁਝ ਵੀ ਪੜ੍ਹਿਆ ਉਸ ਦੇ ਵਿੱਚ ਤੁਸੀਂ ਅਵਤਲ ਦਰਪਣ, ਉੱਤਲ ਦਰਪਣ, ਉਹਦੇ ਨਾਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਤੀਬਿੰਬ ਬਣੇ ਸੀਗੇ, ਜਿਹੜੇ ਕਿ ਕਿਰਨ ਰੇਖਾ ਚਿੱਤਰ ਦੇ ਰਾਹੀਂ ਆਪਾਂ ਬਣਾਏ ਸੀ, ਉਹਦੇ ਬਾਰੇ ਤੁਹਾਨੂੰ ਸਮਝ ਆ ਗਿਆ ਹੋਣਾ। ਇਸੇ ਤਰ੍ਹਾਂ ਤੁਸੀਂ ਜਿਹੜਾ ਉਸ ਵਿੱਚ ਅਵਤਲ ਅਤੇ ਉੱਤਲ ਦਰਪਣ ਦੇ ਉਪਯੋਗਾਂ ਬਾਰੇ ਜਾਣ ਕੇ ਹੋਵੋਗੇ। ਇਸੇ ਤਰ੍ਹਾਂ ਜਿਹੜਾ ਦਰਪਣ ਸੂਤਰ ਸੀਗਾ ਉਹਦੇ ਬਾਰੇ ਤੁਹਾਨੂੰ ਕਾਫੀ ਕੁਝ ਦੱਸਿਆ ਗਿਆ ਅਤੇ ਫਿਰ ਉਸ ਵਿੱਚ ਤੁਹਾਨੂੰ ਵੱਡ ਦਰਸ਼ਨ ਬਾਰੇ ਦੱਸਿਆ ਗਿਆ। ਤਾਂ ਹੁਣ ਆਪਾਂ ਇਸ ਪਾਠ ਦਾ ਦੂਸਰਾ ਮੁੱਖ ਭਾਗ ਜਿਹੜਾ ਹੈਗਾ ਉਹਦੇ ਬਾਰੇ ਵਿਚਾਰ ਸਾਂਝੇ ਕਰਾਂਗੇ, ਜਿਸ ਦਾ ਭਾਵ ਹੈ ਆਪਾਂ ਪ੍ਰਕਾਸ਼ ਦਾ ਅਪਵਰਤਨ, ਉਸ ਦੇ ਬਾਰੇ ਆਪਾਂ ਪੜ੍ਹਾਂਗੇ। ਤਾਂ ਉਹਦੇ ਲਈ ਤੁਹਾਨੂੰ ਗ੍ਰਾਫਿਕਲੀ ਇੱਕ ਵੀਡੀਓ ਦਿਖਾਈ ਜਾਵੇਗੀ, ਜਿਸ ਦੇ ਵਿੱਚ ਤੁਹਾਨੂੰ ਦਿਸੇਗਾ। ਉਹ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਪ੍ਰਕਾਸ਼ ਕਿਸੇ ਸਤ੍ਹਾ 'ਤੇ ਪੈਂਦਾ ਹੈ, ਤੁਸੀਂ ਪਹਿਲਾਂ ਪੜ੍ਹਿਆ ਕਿ ਉਹ ਪਰਾਵਰਤਿਤ ਹੋ ਜਾਂਦਾ ਹੈ, ਪਰ ਕਈ ਵਾਰੀ ਉਹ ਪ੍ਰਕਾਸ਼ ਕਿਸੇ ਸਤ੍ਹਾ ਦੇ ਵਿੱਚੋਂ ਦੀ ਲੰਘ ਕੇ ਦੂਸਰੇ ਪਾਸੇ ਵੀ ਚਲਾ ਜਾਂਦਾ ਹੈ, ਅਤੇ ਕਈ ਵਾਰੀ ਜਿਹੜਾ ਪ੍ਰਕਾਸ਼ ਹੈਗਾ ਉਹ ਸਤ੍ਹਾ ਰਾਹੀਂ ਸੋਖ ਲਿਆ ਜਾਂਦਾ ਹੈ। ਤਾਂ ਇਹ ਤਿੰਨੇ ਸਥਿਤੀਆਂ ਕਿਉਂ ਵਾਪਰਦੀਆਂ ਉਹਦੇ ਬਾਰੇ ਆਪਾਂ ਦੇਖਾਂਗੇ। ਜਿਹੜਾ ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ ਉਹ ਹਮੇਸ਼ਾ ਉਸ ਸਤ੍ਹਾ ਵਿੱਚੋਂ ਹੁੰਦਾ ਹੈ ਜਿਸ ਨੂੰ ਆਪਾਂ ਓਪੇਕ ਕਹਿੰਦੇ ਹਾਂ, ਭਾਵ ਅਪਾਰਦਰਸ਼ੀ ਸਤ੍ਹਾ, ਅਤੇ ਜਿਸ ਵਿੱਚੋਂ ਪ੍ਰਕਾਸ਼ ਪਾਰ ਹੋ ਜਾਂਦਾ ਹੈ ਉਸ ਸਤ੍ਹਾ ਨੂੰ ਆਪਾਂ ਪਾਰਦਰਸ਼ੀ ਸਤ੍ਹਾ ਕਹਿੰਦੇ ਹਾਂ। ਤਾਂ ਆਪਾਂ ਇਸ ਪਾਰਦਰਸ਼ੀ ਸਤ੍ਹਾ ਰਾਹੀਂ ਹੀ ਪ੍ਰਕਾਸ਼ ਦੀ ਜਿਹੜੀ ਇਸ ਵਰਤਾਰੇ ਦੀ ਗੱਲ ਕਰਾਂਗੇ, ਜਿਹਨੂੰ ਆਪਾਂ ਪ੍ਰਕਾਸ਼ ਦਾ ਅਪਵਰਤਨ ਕਹਿੰਦੇ ਹਾਂ। ਤਾਂ ਅਪਵਰਤਨ ਦੀ ਪਰਿਭਾਸ਼ਾ ਕੀ ਹੈ? ਪ੍ਰਕਾਸ਼ ਜਦੋਂ ਕਿਸੇ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਵਿੱਚ ਜਾਂਦਾ ਹੈ ਤਾਂ ਉਸ ਦੀ ਜਿਹੜੀ ਕਿਰਨ ਦੇ ਮੋੜ ਨੂੰ, ਉਸ ਵਿੱਚ ਜਿਹੜਾ ਬਦਲਾਅ ਆ ਜਾਂਦਾ ਰਸਤੇ ਵਿੱਚ, ਉਸ ਦੇ ਪਥ ਵਿੱਚ, ਹਾਲਾਂਕਿ ਜਿਹੜਾ ਪ੍ਰਕਾਸ਼ ਹੈ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਵਿੱਚ ਦਾਖਲ ਹੋ ਜਾਂਦਾ ਹੈ। ਇਸ ਕਿਰਿਆ ਨੂੰ ਕਰਨ ਲਈ ਆਪਾਂ ਗਲਾਸ ਸਲੈਬ ਦੀ ਮਦਦ ਨਾਲ ਇਹ ਕਿਰਿਆ ਕਰਾਂਗੇ। ਦੇਖੋ, ਆਪਾਤੀ ਕਿਰਨ ਗਲਾਸ ਸਲੈਬ ਦੇ, ਕੱਚ ਦੀ ਸਲੈਬ ਦੇ ਇੱਕ ਸਤ੍ਹਾ ਤੋਂ, ਉਸ ਦੇ ਪਾਸੇ ਤੋਂ ਉਸ 'ਤੇ ਪੈ ਰਹੀ ਹੈ। ਸਲੈਂਟਿੰਗ ਆ ਭਾਵ ਟੇਢੀ ਹੈ, ਨਾ ਉਹ 90 ਡਿਗਰੀ 'ਤੇ ਹੈ ਅਤੇ ਨਾ ਹੀ ਉਹ ਹੌਰੀਜ਼ੋਨਟਲ ਹੈਗੀ ਹੈ, ਬਿਲਕੁਲ ਸਤ੍ਹਾ ਦੇ ਅਨੁਸਾਰ ਹੈਗੀ ਹੈ, ਲਗਭਗ 45 ਡਿਗਰੀ 'ਤੇ ਹੈ। ਤਾਂ ਉਹ ਜਦੋਂ ਕੱਚ ਦੀ ਸਲੈਬ ਵਿੱਚ ਪ੍ਰਕਾਸ਼ ਦੀ ਕਿਰਨ ਦਾਖਲ ਹੁੰਦੀ ਹੈ, ਤੁਸੀਂ ਚਿੱਤਰ ਵਿੱਚ ਵੀ ਦੇਖ ਰਹੇ ਹੋ, ਉਹ ਪ੍ਰਕਾਸ਼ ਦੀ ਕਿਰਨ ਦੇ ਵਿੱਚ ਮੋੜ ਆ ਜਾਂਦਾ ਹੈ, ਬਿਲਕੁਲ ਸਿੱਧੀ ਨਹੀਂ ਜਾ ਰਹੀ, ਉਸ ਵਿੱਚ ਮੋੜ ਆ ਗਿਆ ਕੁਛ। ਤਾਂ ਇਹ ਕਿਉਂ ਹੋਇਆ? ਦੇਖੋ, ਦੋ ਤਰ੍ਹਾਂ ਦੇ ਮਾਧਿਅਮ ਹੈ ਇੱਥੇ, ਇੱਕ ਹਵਾ, ਇੱਕ ਕੱਚ। ਜਿਹੜੀ ਹਵਾ ਇੱਥੇ ਹੈਗੀ ਹੈ ਉਹ ਆਪਾਤੀ ਮਾਧਿਅਮ ਹੈ, ਅਤੇ ਜਿਹੜਾ ਕੱਚ ਹੈਗਾ ਉਹ ਅਪਵਰਤਿਤ ਮਾਧਿਅਮ ਹੈਗਾ, ਜਿਸ ਰਾਹੀਂ ਕਿਰਨ ਦਾ ਅਪਵਰਤਨ ਹੋਇਆ। ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਫਿਰ ਹਵਾ ਦੇ ਵਿੱਚ ਵਾਪਸ ਜਦੋਂ ਉਹ ਅਪਵਰਤਨ ਤੋਂ ਬਾਅਦ ਕਿਰਨ ਗਈ, ਫਿਰ ਉਹਦਾ ਫਿਰ ਮੁੜ ਹੋਇਆ। ਤਾਂ ਇਹ ਵਰਤਾਰਾ ਆਪਾਂ ਗਲਾਸ ਸਲੈਬ ਦੀ ਕਿਰਿਆ ਦੇ ਵਿੱਚ ਦੇਖ ਸਕਦੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਹਦੇ ਵਿੱਚ ਜਿਹੜਾ ਹੋਵੇਗਾ ਉਹ ਆਪਾਂ ਦੇਖਾਂਗੇ। ਇਹਦੇ ਵਿੱਚ ਇੱਕ ਆਪਾਂ ਬਿਲਕੁਲ ਸਤ੍ਹਾ ਦੇ 90 ਡਿਗਰੀ 'ਤੇ ਅਭਿਲੰਬ ਵੀ ਬਣਾਵਾਂਗੇ, ਜਿਹਨੂੰ ਆਪਾਂ ਨੋਰਮਲ ਕਹਿੰਦੇ ਹਾਂ। ਤਾਂ ਇਹਦੇ ਵਿੱਚ ਵੀ ਆਪਾਂ ਉਵੇਂ ਕੋਣ ਦੇਖਾਂਗੇ, ਆਪਤਨ ਕੋਣ ਬਣੇਗਾ, ਜਿਹੜਾ ਆਪਾਤੀ ਕਿਰਨ ਅਤੇ ਅਭਿਲੰਬ ਦੇ ਵਿਚਕਾਰ ਬਣੇਗਾ। ਇਸੇ ਤਰ੍ਹਾਂ ਜਦੋਂ ਕਿਰਨ ਅਪਵਰਤਿਤ ਹੋ ਗਈ ਤਾਂ ਜਿਹੜਾ ਉਸ ਦਾ ਅਗਲਾ ਕੋਣ ਬਣੇਗਾ, ਅਪਵਰਤਨ ਕੋਣ ਬਣੇਗਾ। ਤੋ ਇਹ ਜਿਹੜਾ ਇਸ ਵਿੱਚ ਹੁਣ ਇਸ ਪ੍ਰਕਾਸ਼ ਦੀ ਕਿਰਨ ਦੇ ਵਿੱਚ ਬਦਲਾਅ ਕਿਉਂ ਹੋਇਆ, ਅਤੇ ਇਹ ਸਾਰਾ ਕੁਛ ਆਪਾਂ ਵਰਤਾਰਾ ਇਸ ਤੋਂ ਬਾਅਦ ਸਮਝਾਂਗੇ। ਬੱਚਿਓ, ਹੁਣ ਆਪਾਂ ਅਪਵਰਤਨ ਦਾ ਜਿਹੜਾ ਕਾਰਨ ਹੈ ਉਹ ਲੱਭਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਸ ਕਾਰਨ ਨੂੰ ਲੱਭਣ ਦੇ ਲਈ ਆਪਾਂ ਫਿਰ ਉਹੀ ਗਲਾਸ ਸਲੈਬ ਵਾਲੀ ਜਿਹੜੀ ਐਕਟੀਵਿਟੀ ਆ ਉਹਦੇ ਅਨੁਸਾਰ ਹੀ ਦੇਖਾਂਗੇ। ਪ੍ਰਕਾਸ਼ ਦੇ ਅਪਵਰਤਨ ਬਾਰੇ ਆਪਾਂ ਜਾਣ ਚੁੱਕੇ ਹਾਂ ਕਿ ਪ੍ਰਕਾਸ਼ ਦਾ ਜਿਹੜਾ ਇੱਕ ਮਾਧਿਅਮ ਤੋਂ ਦੂਸਰੇ ਮਾਧਿਅਮ ਵਿੱਚ ਜਾਣ ਵੇਲੇ ਜਦੋਂ ਉਸ ਦੀ ਦਿਸ਼ਾ ਬਦਲ ਜਾਂਦੀ ਹੈ, ਜਦੋਂ ਰਸਤਾ ਮੁੜ ਜਾਂਦਾ ਹੈ, ਤਾਂ ਉਸ ਨੂੰ ਪ੍ਰਕਾਸ਼ ਦਾ ਅਪਵਰਤਨ ਕਹਿੰਦੇ ਹਾਂ। ਉਸ ਦੇ ਰਸਤੇ ਵਿੱਚ ਆਇਆ ਮੋੜ। ਹੁਣ ਇਹ ਕਿਉਂ ਹੁੰਦਾ ਹੈ? ਭਾਵ ਇਹ ਉਸ ਦੇ ਰਸਤੇ ਵਿੱਚ ਬਦਲਾਵ ਕਿਉਂ ਆਇਆ? ਇਹਦਾ ਇੱਕੋ ਹੀ ਕਾਰਨ ਹੈ
कि प्रकाश की जिहड़ी चाल है उहदे विच बदलाव आ जाता है जदों वो अलग अलग तरह के माध्यम विच जाती है। आपां नूं पता है भी प्रकाश की जिहड़ी चाल है खला दे विच 3 × 10⁸ मीटर प्रति सैकेंड हैगी है। तो आपां जदों इस क्रिया दे विच देखांगे कि जदों हवा या खला दे विच प्रकाश की जिहड़ी चाल है वो सेम है जिहड़ी तुहानूं मैं पहिलां दस चुकिया, पर जदों ओह प्रकाश हवा तो गलास विच दाखल हुंदा है, जिहड़ी प्रकाश की किरण गलास विच दाखल हुंदी है तो उस दे विच बदलाव आउंदा है। प्रकाश दे वेग विच उसका जिहड़ा वेग हैगा उस दे विच घट जांदा है। गलास दे विच कच दे विच हवा दे विच प्रकाश का वेग ज़्यादा सी, पर कच दे विच जिहड़ा प्रकाश का वेग है वो घट है। वो घट होने करके जिहड़ी वो अपवर्तित किरण है वो नॉर्मल वल नूं भाव अभिलंब वल नूं मुड़ जाती है। ये उसकी पहचान है। जदों अभिलंब वल मुड़ी भाव उत्थे प्रकाश की जिहड़ी चाल है वो घट है, तो जदों गलास तो फिर वो हवा विच जाएगी, कच तो फिर हवा च जाएगी, फिर वो अभिलंब तो परां हो जाएगी, भाव उत्थे फिर जिहड़ी प्रकाश की चाल है वो वध गई। तो इस क्रिया दे विच आपां ये देखिया दो तरह के माध्यम है। एक जिहड़ा विरला माध्यम है जिन्हों आपां रेयरर मीडियम कहने हैं, एक संघना माध्यम है जिन्हों आपां डेंसर मीडियम कहने हैं। हवा रेयरर है तो जिहड़ा कच है वो डेंसर है। हवा विरला माध्यम है तो जिहड़ा कच है वो संघना माध्यम है। तो प्रकाश की किरण जदों विरले तो संघने माध्यम वाल जाती है तो अभिलंब वाल मुड़ती है, अते जदों ओह संघने तो विरले माध्यम वाल जाती है तो वह अभिलंब तो परां वाल मुड़ती है। ये सारा वरतारा क्यों हो रहा है? इसका कारण तो सिर्फ यह है प्रकाश की चाल। भाव विरले माध्यम प्रकाश की चाल वध हुंदी है तो संघने माध्यम प्रकाश की चाल घट हुंदी है। वो प्रकाश की चाल घट होने करके ही वो जिहड़ी अपवर्तित किरण हैगी है वो अभिलंब वाल नूं मुड़ती है। तो ये तुसी इस चित्र राही देख सकते हैं कि कदों जिहड़ी प्रकाश की चाल है वो घटी है। प्रकाश की चाल घटी सिर्फ तो सिर्फ उदों है जदों वो विरले तो संघने माध्यम विच दाखल हुई, पर जदों संघने तो फिर विरले माध्यम विच आई, विरला भाव हवा, तो प्रकाश की चाल फिर वध गई। तो इस तरह आपां जदों हुण गलास स्लैब की जगह पानी दे विच क्रिया करांगे, पानी दे विच उवें प्रकाश की किरण आपां पावांगे। जदों आपाती किरण जिहड़ी हैगी है वो पानी विच दाखल होवेगी तो बिल्कुल उहदे विच भी बदलाव आवेगा। पर इस क्रिया विच तुसीं देखोगे कि जिहड़ी अपवर्तित किरण है उहदा जिहड़ा अपवर्तित कोण है वो गलास तो कच तो ज़्यादा सी। इस दा भाव पानी दे विच जिहड़ी प्रकाश की चाल है वो कच नालों तेज है। तो ये गल भी आपां नूं इत्थे जाननी पऊगी, क्योंकि आपां इस तो बाद अपवर्तन अंक बारे भी पढ़ना, उत्थे आपां नूं इस गल की लोड़ पवेगी कि प्रकाश की चाल किहदे विच ज़्यादा है तो किहदे विच घट है। हुण जे स्पीड जिहड़ी बदल गई तां जिहड़ी प्रकाश की जिहड़ी हैगी है दिशा भी जिहड़ी हैगी है वो भी बदल जाएगी। तो हुण आपां इस तो अगले वीडियो दे विच आपां जे बिल्कुल 90 डिग्री ते प्रकाश की किरण पवेगी तो उहदे बारे आपां जानन की कोशिश करांगे की हुंदा उहदे विच। बच्चों हुण आपां प्रकाश के अपवर्तन के संबंध विच एक सिंपल जी क्रिया करांगे। आपां घरे कच के गिलास दे विच भी पानी पा के ते एक पेंसिल दे नाल क्रिया कर सकते हैं। जदों तुसी इस क्रिया नूं करोगे तां जदों तुसी गिलास च पानी पा के उस दे विच पेंसिल टेढ़ी पाओगे तां उस दे विच तुसी बहुत सारा बदलाव देखोगे। तुहानूं पेंसिल बिल्कुल अपने उस रस्ते ते मुड़ी हुई दिखाई देवेगी जिस ते वो बाहर सी पानी तो। तां तुसीं देख सकते हैं सतह ते जिहड़ा परिवर्तन होया उस दे रस्ते विच
ਇਸੇ ਤਰ੍ਹਾਂ ਜਦੋਂ ਦਰਖਤ ਦਾ ਪਰਛਾਵਾਂ ਪਾਣੀ ਵਿੱਚ ਬਣਦਾ ਹੈ ਉਸ ਦੇ ਵਿੱਚ ਵੀ ਥੋੜ੍ਹਾ ਜਿਹਾ ਬਦਲਾਅ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਸਿੱਕਾ ਪਾਣੀ ਦੇ ਵਿੱਚ ਪਾਉਂਦੇ ਹਾਂ ਤਾਂ ਉਹ ਆਪਣੀ ਅਸਲ ਸਥਿਤੀ ਤੋਂ ਬਦਲੀ ਹੋਈ ਥਾਂ 'ਤੇ ਆਪਾਂ ਨੂੰ ਦਿਖਾਈ ਦਿੰਦਾ ਹੈ। ਇਹ ਸਾਰਾ ਕੁਝ ਇਹੀ ਵਰਤਾਰਾ ਆਪਾਂ ਕੱਚ ਦੀ ਸਲੈਬ ਦੇ ਵਿੱਚ ਵੀ ਦੇਖਾਂਗੇ। ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹ ਕਰਾਂਗੇ ਉਹ ਪਾਣੀ ਅਤੇ ਪੈਨਸਲ ਦੇ ਨਾਲ ਜਿਹੜੀ ਆਪਾਂ ਬੀਕਰ ਦੇ ਵਿੱਚ ਕਿਰਿਆ ਕੀਤੀ ਹੈ ਉਸ ਦੇ ਵਿੱਚ ਜਿਹੜਾ ਬਦਲਾਵ ਆਇਆ ਹੈਗਾ, ਜਿਹੜੀ ਤੁਹਾਨੂੰ ਮੈਂ ਪਹਿਲਾਂ ਗੱਲ ਸਮਝਾਈ ਹੈ ਕਿ ਆਪਾਤੀ ਕਿਰਨ ਜਿਹੜੀ ਹੈਗੀ ਆ ਅਪਵਰਤਨ ਤੋਂ ਬਾਅਦ ਉਸ ਦੇ ਰਸਤੇ ਵਿੱਚ ਬਦਲਾਅ ਆ ਜਾਂਦਾ ਹੈ। ਭਾਵ ਉਹ ਇਹ ਤੁਸੀਂ ਦੇਖ ਸਕਦੇ ਆ ਅੱਖਾਂ ਦੇ ਨਾਲ ਉਸ ਦਾ ਰਸਤਾ ਜਿਹੜਾ ਬਦਲ ਗਿਆ। ਭਾਵ ਅਪਵਰਤਿਤ ਕਿਰਨ ਜਿਹੜੀ ਹੈਗੀ ਆ ਅਬਿਲੰਬ ਵੱਲ ਨੂੰ ਮੁੜੀ ਹੈ। ਤਾਂ ਇਹ ਬਦਲਾਅ ਜਿਹੜਾ ਇੱਥੇ ਆਪਾਂ ਨੂੰ ਦਿਖਾਈ ਦਿੱਤਾ ਹੈ ਉਸ ਮੋੜ ਦੇ ਕਰਕੇ ਹੀ ਪੈਨਸਲ ਜਿਹੜੀ ਪਾਣੀ ਦੇ ਵਿੱਚ ਮੁੜੀ ਹੋਈ ਦਿਖਾਈ ਦਿੰਦੀ ਹੈ। ਪਾਣੀ ਦੀ ਜਿਹੜੀ ਵੇਗ ਸੀਗਾ ਉਹ ਬਦਲ ਗਿਆ ਉਸ ਦੇ ਵਿੱਚ। ਇਹੀ ਜੇ ਆਪਾਂ ਮਿੱਟੀ ਦੇ ਤੇਲ ਜਾਂ ਕਿਸੇ ਹੋਰ ਤਰਲ ਦੇ ਵਿੱਚ ਪਾਵਾਂਗੇ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਇਸ ਤਰ੍ਹਾਂ ਹੀ ਇਹ ਦਿਖਾਈ ਦੇਵੇਗਾ। ਪੈਨਸਲ ਜਿਹੜੀ ਸਾਨੂੰ ਮੁੜੀ ਹੋਈ ਜਾਪੇਗੀ। ਤਾਂ ਇਹ ਜਿਹੜੀ ਆਪਣੀ ਕਿਰਿਆ ਹੈਗੀ ਹੈ, ਜੇ ਆਪਾਂ ਪਾਣੀ ਦੇ ਗਲਾਸ ਦੇ ਵਿੱਚ ਪੈਨਸਲ ਪਾ ਕੇ ਇਹ ਕਿਰਿਆ ਦੇਖਾਂਗੇ, ਪਾਣੀ ਦੇ ਵਿੱਚ ਉਸ ਦੀ ਜਿਹੜੀ ਸਪੀਡ ਸੀਗੀ, ਉਸ ਦਾ ਜਿਹੜਾ ਵੇਗ ਸੀਗਾ ਉਹ ਬਦਲ ਗਿਆ। ਤਾਂ ਇਹ ਆਪਣੀ ਕਿਰਿਆ ਹੈ।